तमाम देखने और सुनने वालों को अदनान अंजम की तरफ से अस्सलाम वालेकुम। आज हम मिलवाने जा रहे हैं आपको एक ऐसी शख्सियत से जो आम डॉक्टर नहीं बल्कि कबूतरों के हकीम हैं। लोग अपने कबूतरों को बचाने के लिए दूर-दूर से उनके पास आते हैं। आज हम जानेंगे उनका इल्म, उनका सफ़र और वो राज़ जो आम लोग नहीं जानते। तो चलिए मुलाकात करवाते हैं आपको उनसे। तो जी नाज़रीन, ये है उस्ताद मोहम्मद सगीर साहब, कबूतरों के एक बहुत बड़े उस्ताद हैं। इनसे दिलचस्प सवाल हम पूछेंगे, ये आपको जवाब देंगे। तो आगाज करते हैं सवालात का। कबूतरों का शौक कैसे पैदा हुआ आपको? जी अस्सलाम वालेकुम। कबूतरों का शौक जो ਜਿਹੜਾ ਸੀਗਾ ਨਾ ਜੀ, ਤਕਰੀਬਨ मैं 5-6 ਸਾਲ ਦੀ ਉਮਰ 'ਚ ਮੈਨੂੰ ਲੱਗ ਗਿਆ ਸੀਗਾ। सही है, बचपन यानी ਬਚਪਨ ਤੋਂ ਹੀ ਸੀਗਾ, ਯਾਨੀ ਕਿ ਵੀ ਮੈਂ ਛੋਟਾ ਜਿਹਾ ਹੁੰਦਾ ਸੀ 5-6 ਸਾਲਾਂ ਦਾ, ਤੇ ਮੈਂ ਆਪਦੇ ਮਾਮੂ ਜਾਨ ਹੋਣਾ ਕੋਲ ਜਾਣਾ। ਮੇਰੇ ਮਾਮੂ ਨੇ ਕਬੂਤਰ ਰੱਖੇ ਹੁੰਦੇ ਸੀਗੇ। घर में नहीं होते थे, ਘਰ मामू ਨਹੀਂ के ਸੀ, पास ਮਾਮੂ होते ਕੇ थे। ਪਾਸ ਸੀ, ਤੇ ਉੱਥੋਂ ਕਬੂਤਰਾਂ ਦੇਖ ਦੇਖ ਕੇ ਛੋਟੇ ਹੁੰਦੇ ਨੂੰ ਸ਼ੌਕ ਪੈ ਗਿਆ। सही है। ਤੇ ਸ਼ੌਕ ਪੈਂਦਿਆਂ ਤੇ ਗਾਂ ਦੀ ਗਾਂ 30 ਸਾਲ ਹੋ ਗਏ ਇਸ ਗੱਲ, 30-35 ਸਾਲ ਹੋ ਗਏ ਕਬੂਤਰਾਂ ਦਾ ਆਪਾਂ ਸ਼ੌਕ ਕਰਦੇ। अभी उम्र कितनी है आपकी? ਤਕਰੀਬਨ 44-45 ਸਾਲ ਉਮਰ ਹੈ। माशाल्लाह। ठीक है ना जी। ਤੇ ਸਹੀ ਜਦੋਂ ਸ਼ੌਕ ਕਰਨ ਲੱਗੇ ਆ, ਤਕਰੀਬਨ 20-25 ਸਾਲ ਹੋ ਗਏ ਜਦੋਂ ਸਹੀ ਵੀ ਕਬੂਤਰਬਾਜ਼ੀ ਚ ਪਏ। सही। पहले वैसे रखते रहे, तो मामू को ले आने, रख लेने, पालते रहना, इस तरीके से। अच्छा ना, इन्हें पंजाबी में बात करने में ज्यादा मजा आता है, तो मैं भी पंजाबी में सवाल पूछता हूँ इनसे। तो ये अब आगे पंजाबी में ये प्रोग्राम चलेगा। अच्छा, हमारे नाज़रीन को साढ़े नाज़रीन ਨੂੰ ਇਹ ਦੱਸੋ ਕਿ ਜਿਹੜਾ ਨਵਾਂ ਬੰਦਾ ਕਬੂਤਰ ਪਾਲਣ ਦਾ ਸ਼ੌਕ ਰੱਖਦਾ ਵਾ, ਕਬੂਤਰਬਾਜ਼ੀ ਦੇ ਵਿੱਚ ਆਣਾ ਚਾਹੁੰਦਾ ਵਾ, ਉਹਨੂੰ ਸਭ ਤੋਂ ਪਹਿਲਾਂ ਕੀ ਸਿੱਖਣਾ ਚਾਹੀਦਾ, ਉਹ ਕੀ ਕਰੇ ਸਭ ਤੋਂ ਪਹਿਲਾਂ? ਦੇਖੋ ਜੀ, ਇਹ ਤੇ ਸਿੱਖਣ ਸਿਖਾਉਣ ਵਾਲੀ ਤਾਂ ਗੱਲ ਕੋਈ ਨਹੀਂ, ਸ਼ੌਕ ਪੈ ਜਾਂਦਾ ਅਕਸਰ ਬੱਚਿਆਂ ਨੂੰ, ਪੈ ਜਾਂਦਾ। ਤੇ ਘਰ ਦੇ ਚੰਗਾ ਤੇ ਨਹੀਂ ਸਮਝਦੇ ਇਸ ਚੀਜ਼ ਨੂੰ, ਤੇ ਬਿਲਫਰਜ਼ ਬੱਚਾ ਜ਼ਿੱਦ ਕਰਕੇ ਸ਼ੌਕ ਕਰ ਹੀ ਲੈਂਦਾ ਜਾਂ ਲੱਗ ਜਾਂਦੇ ਆ ਜਿਸ ਤਰੀਕੇ ਅਸੀਂ ਲੱਗੇ ਆ। ਠੀਕ ਹੈ ਨਾ ਜੀ। ਫਿਰ ਜਦੋਂ ਸਹੀ ਕਬੂਤਰ ਪਰਵਰਿਸ਼ ਚ ਬੰਦਾ ਪੈਂਦਾ, ਵੀ ਕਬੂਤਰਬਾਜ਼ ਬਣਦਾ, ਬਾਜ਼ੀਆਂ ਵਾਲੇ ਪਾਸੇ ਜਾਂਦਾ, ਅੱਛੇ ਕਬੂਤਰ ਪਾਲਦਾ, ਤੇ ਕਿਸੇ ਉਸਤਾਦ ਦਾ ਸ਼ਾਗਿਰਦ ਹੁੰਦਾ, ਉਹ ਇਹਨਾਂ ਚੀਜ਼ਾਂ ਤੋਂ ਵਿੱਚ ਆਉਣ ਤੋਂ ਪਹਿਲੇ ਸਭ ਤੋਂ ਪਹਿਲੇ ਉਹਦੇ ਘਰ ਦੇ ਰਾਜ਼ੀ ਹੋਣੇ ਚਾਹੀਦੇ, ਤਾਂ ਕਿ ਉਹਨੂੰ ਘਰ 'ਚ ਕਬੂਤਰ ਪਾਲਣ ਦੇਣ। ਠੀਕ ਹੈ ਨਾ ਜੀ। ਫਿਰ ਸ਼ੌਕ ਕਰਨ ਦਾ ਮਜ਼ਾ ਹੈ। ਅਗਰ ਉਹਦੇ ਘਰ ਦੇ ਰੋਕਦੇ ਆ ਤੇ ਫਿਰ ਉਹ ਇਸ ਯਾਨੀ ਕਿ ਕੰਮ 'ਚ ਨਾ ਹੀ ਪਵੇ ਤੇ ਬਿਹਤਰ ਆ। ਉਹਦੇ ਵਾਲਿदैन ਜਿਹੜੇ ਖੁਸ਼ ਹੋਣਗੇ ਤੇ ਉਹਦਾ ਸ਼ੌਕ ਕਾਮਯਾਬ ਹੋਊਗਾ। ਸਹੀ ਹੈ। ਵਰਨਾ ਸ਼ੌਕ 'ਚ ਕਾਮਯਾਬੀ ਨਹੀਂ ਹੈਗੀ। ਅੱਛਾ, ਜਿਹੜੇ ਲੋਕ ਕਬੂਤਰਾਂ ਤੇ ਮੁxtਲਫ ਕਿਸਮ ਦੀਆਂ ਦਵਾਈਆਂ ਇਸਤੇਮਾਲ ਕਰਦੇ, ਉਹਨਾਂ ਦਾ ਇੱਕ ਹੱਦ ਤੱਕ ਨੁਕਸਾਨ ਵੀ ਹੁੰਦਾ ਵਾ। ਕਬੂਤਰਾਂ ਵਾਸਤੇ ਕਿਸ ਹੱਦ ਤੱਕ ਨੁਕਸਾਨ ਹੁੰਦਾ, ਜਾਂ ਬਾਜ਼ਕਾਤ ਉਹਨਾਂ ਦੀ ਜਾਨ ਵੀ ਜਾ ਸਕਦੀ ਕਬੂਤਰਾਂ ਦੀ, ਜਿਹੜੀਆਂ ਗੈਰ ਜ਼ਰੂਰੀ ਦਵਾਈਆਂ ਇਸਤੇਮਾਲ ਕਰਦੇ, ਉਹਦੇ ਬਾਰੇ 'ਚ ਤੁਸੀਂ ਕੀ ਕਹੋਗੇ? ਹਾਂਜੀ, ਇਹ ਬਿਲਕੁਲ ਸਹੀ ਹੈ ਤੁਹਾਡਾ ਸਵਾਲ। ਤਕਰੀਬਨ ਅੱਜ ਕੱਲ ਜਿਹੜਾ ਹੈਗਾ ਨਾ, ਜ਼ਿਆਦਾਤਰ ਲੋਕ ਜਾਂਦੇ ਆ ਆਪਣੀ ਬੰਦਿਆਂ ਵਾਲੀ ਮੈਡੀਸਨ, ਦਵਾਈਆਂ ਜਿਹੜੀਆਂ ਅੰਗਰੇਜ਼ੀ। ਕਬੂਤਰ ਨੂੰ ਕੋਈ ਬਿਮਾਰੀ ਲੱਗਦੀ, ਬਿਮਾਰ ਹੁੰਦਾ ਜਾਂ ਕੋਈ ਬਿਮਾਰੀ ਦੇ ਵਿੱਚ ਆ ਜਾਂਦਾ, ਤੇ ਲੇਕਿਨ ਉਹ ਜੇ ਬਿਲਫਰਜ਼ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ, ਜ਼ਿਆਦਾ ਮੈਡੀਕਲ ਸਟੋਰਾਂ ਤੇ ਲੋਕ ਜਾ ਰਹੇ ਨੇ। ਹਾਂਜੀ ਹਾਂਜੀ, ਅਕਸਰ ਆਪਾਂ ਦੇਖਦੇ ਹਾਂ ਜਦੋਂ ਜ਼ਿਆਦਾ ਬੰਦਿਆਂ ਵਾਲੀਆਂ ਦਵਾਈਆਂ ਇਸਤੇਮਾਲ ਕਰਦੇ ਆ, ਲੇਕਿਨ ਉਹ ਰਿਐਕਸ਼ਨ ਕਰ ਜਾਂਦੀਆਂ, ਪਰਿੰਦੇ ਦੀ ਜਾਨ ਚਲੀ ਜਾਂਦੀ ਹੈ। ਫਾਇਦਾ ਵੀ ਕਰਦੀਆਂ, ਲੇਕਿਨ ਅੱਛੇ ਉਸਤਾਦ ਦਾ ਕੋਈ ਸ਼ਾਗਿਰਦ ਹੋਵੇ, ਠੀਕ ਹੈ ਨਾ ਜੀ, ਉਹਦੀ ਡੋਜ਼ ਦਿੱਤੀ ਜਾਵੇ। ਦੇਖੋ ਬੰਦਾ ਕਿੱਡਾ ਵੱਡਾ, ਇੱਕ ਆਪਾਂ ਗੋਲੀ ਤੁਸੀਂ ਸਮਝ ਲਓ ਪੈਰਾਡਾਲ ਗੋਲੀ ਖਾਂਦੇ, ਬੰਦੇ ਦਾ weight ਕਿੰਨਾ ਹੈ ਤੇ ਕਬੂਤਰ ਦਾ weight ਕਿੰਨਾ ਕਾ, ਅਗਰ ਉਹਦਾ ਉਸਤਾਦ ਸਮਝਾਵੇ ਜਾਂ ਉਹਦਾ ਤਜਰਬਾ ਹੋਵੇ, ਉਸ ਯਾਨੀ ਕਿ ਡੋਜ਼ ਤੇ ਆ ਕੇ ਦੇਵੇ ਤੇ ਫਾਇਦਾ ਦੇ ਵੀ ਸਕਦੀ ਹੈ। ਲੇਕਿਨ ਬਿਹਤਰ ਇਹ ਹੈ ਕਿ ਆਪਣੇ ਜਿਹੜੇ ਹੈਗੇ ਨਾ ਪੋਲਟਰੀ ਫਾਰਮ ਵਾਸਤੇ, ਜਾਨਵਰਾਂ ਦੇ ਵਾਸਤੇ ਜਿਹੜੇ ਮੈਡੀਕਲ ਸਟੋਰ ਬਣੇ ਹੋਏ ਆ ਪਰਿੰਦਿਆਂ ਦੀ ਦਵਾਈਆਂ ਵਾਸਤੇ, ਇਹ ਸਭ ਨੂੰ ਬਿਹਤਰ ਹੈ ਕਿ ਉਹਨਾਂ ਕੋਲ ਜਾ ਕੇ ਉਹਨਾਂ ਨਾਲ ਮਸ਼ਵਰਾ ਕੀਤਾ ਜਾਵੇ ਨਾ, ਤੇ ਬਿਹਤਰ ਹੋ ਜਾਂਦਾ ਆ, ਪਰਿੰਦੇ ਦੀ ਜਾਨ ਬਚ ਜਾਂਦੀ ਹੈ। ਮਤਲਬ ਇਨਸਾਨਾਂ ਵਾਲੀਆਂ ਦਵਾਈਆਂ ਕਬੂਤਰਾਂ ਤੇ ਇਸਤੇਮਾਲ ਕੀਤੀਆਂ ਜਾ ਸਕਦੀਆਂ, ਲੇਕਿਨ ਕਿਸੇ अच्छे हकीम को, अच्छे उस्ताद को मशवरा लेना जरूर चाहिए, फिर दवाई इस्तेमाल करो, फिर नुकसान नहीं दिंदी। अच्छा दसो साडे नाज़रीन नूं कि ਜਿਹੜੇ ਨਵੇਂ ਕਬੂਤਰਬਾਜ਼ ਆ ਉਹ ਕਿਹੜੀ ਐਸੀ ਗਲਤੀ ਕਰਦੇ ਆ, ਬਾਜ਼ਕਾਤ ਕਬੂਤਰ ਦੀ ਜਾਨ ਵੀ ਚਲੀ ਜਾਂਦੀ ਆ, ਬਾਜ਼ੀ ਜਿੱਤਣ ਦੀ ਖਾਤਰ ਇਹਨੂੰ ਆਹ ਚੀਜ਼ ਦੇ ਦਿਓ, ਜਾਂ ਨਵੇਂ ਕਬੂਤਰਬਾਜ਼ ਆਪਣੇ ਸ਼ੌਕ ਦੇ ਵਿੱਚ ਕਿਹੜੀ ਐਸੀ ਵੱਡੀ ਗਲਤੀ ਕਰਦੇ ਆ ਜਿਹਦੀ ਵਜ੍ਹਾ ਨਾਲ ਕਬੂਤਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਦਾ? ਦੇਖੋ ਜੀ, ਪਹਿਲੇ ਨੰਬਰ ਤੇ ਇਹ ਆ ਵੀ ਨਵੇਂ ਹਜ਼ਰਾਤ ਜਿੰਨੇ ਵੀ ਹੈ ਨਾ, ਆਪਣੇ ਤੌਰ ਤੇ ਬਾਜ਼ੀ ਉਡਾਉਣ ਦੇ ਵਾਲੇ ਪਾਸੇ ਨਾ ਜਾਣ। ਅਕਸਰ ਜਾਂਦੇ ਆ ਦੇਖੋ ਦੇਖ, ਤੇਰੇ ਮੇਰੇ ਵਰਗੇ ਕਬੂਤਰਬਾਜ਼ਾਂ ਨਾਲ ਦੇਖ ਕੇ ਨਾ, ਦੇਖੋ ਦੇਖ ਨਵੇਂ ਹਜ਼ਰਾਤ ਕਬੂਤਰ ਛੱਡਣ ਤੱਕ ਜਾਂਦੇ, ਲੇਕਿਨ ਉਹਨਾਂ ਕੋਲ ਕਾਰਾਗਰੀ ਨਹੀਂ ਹੁੰਦੀ। ਠੀਕ ਹੈ ਨਾ, ਸੁਣੀ ਸੁਣਾਈ ਮੈਡੀਸਨ ਇਸਤੇਮਾਲ ਕਰ ਲਈ, ਜ਼ਿਆਦਾ ਡੋਜ਼ ਦੇ ਲਈ, ਤੇ ਕਬੂਤਰ ਜ਼ਾਇਆ ਹੋ ਜਾਂਦਾ। ਇਦਾਂ ਨਹੀਂ ਕਰਨੀ ਚਾਹੀਦੀ। ਅਗਰ ਸ਼ੌਕ ਕਰਨਾ, ਮੈਂ ਪਹਿਲੇ ਤੁਹਾਨੂੰ ਦੱਸਿਆ, ਪਹਿਲੇ ਘਰ ਦੇ ਰਾਜ਼ੀ ਹੋਣੇ ਚਾਹੀਦੇ, ਫਿਰ ਆਪਣਾ ਸ਼ੌਕ ਕਰੋ। ਉਸ ਤੋਂ ਬਾਅਦ ਇੱਕ ਅੱਛੇ ਉਸਤਾਦ ਦਾ ਸ਼ਾਗਿਰਦ ਹੋਣਾ ਲਾਜ਼ਮੀ ਹੈ। ਆਪਣੇ ਇਲਾਕੇ ਦਾ ਕੋਈ ਅੱਛਾ ਉਸਤਾਦ ਚੁਣ ਲੈਣ, ਉਹਦੇ ਸ਼ਾਗਿਰਦ ਹੋਣ, ਫਿਰ ਅੱਛਾ ਉਸਤਾਦ ਨੂੰ ਲੱਭ ਕੇ ਉਹਦੇ ਸ਼ਾਗਿਰਦ ਹੋ ਜਾਣ, ਫਿਰ ਉਹਦੇ ਕੋਲ ਸਿੱਖਣ। ਠੀਕ ਹੈ ਨਾ ਜੀ, ਫਿਰ ਹੀ ਫਾਇਦਾ ਹੋਏਗਾ, ਵਰਨਾ ਨੁਕਸਾਨ ਹੀ ਨੁਕਸਾਨ। ਕਬੂਤਰਾਂ ਨੂੰ ਆਮ ਬਿਮਾਰੀ ਜਿਹੜੀ ਅਕਸਰ ਹੀ ਹੋ ਜਾਂਦੀ ਹੈ, ਉਹ ਕਿਹੜੀ ਬਿਮਾਰੀ ਆ ਤੇ ਉਹਦਾ
ਕੀ ਤਰੀਕੇਕਾਰ ਆ ਇਹਤਿਆਤੀ ਤਦਾਬੀਰ ਉਹਦੀਆਂ ਕੀ ਹੋ ਸਕਦੀਆਂ? ਆਮ ਬਿਮਾਰੀ ਜਿਹੜੀ ਅਕਸਰ ਹੀ ਹੋ ਜਾਂਦੀ ਕਬੂਤਰਾਂ ਨੂੰ। ਪਹਿਲੇ ਨੰਬਰ ਤੇ ਆ ਕਿ ਮੌਸਮ ਦੇ ਹਿਸਾਬ ਨਾਲ ਬਿਮਾਰੀ ਆਪਣੇ ਘਰਾਂ 'ਚ ਬੰਦ ਕਬੂਤਰਾਂ ਨੂੰ ਜ਼ਿਆਦਾ ਰਿਐਕਸ਼ਨ ਕਰਦੀ ਹੈ। ਸਰਦੀ ਦੇ ਵਿੱਚ ਨਜ਼ਲਾ ਜ਼ੁਕਾਮ ਬੁਖਾਰ ਵਗੈਰਾ ਜਾਂ ਰਾਣੀਖੇਤ ਦੀ ਬਿਮਾਰੀ ਕਬੂਤਰਾਂ ਨੂੰ ਲੱਗਦੀ ਹੈ। ਰਾਣੀਖੇਤ ਦੀ ਬਿਮਾਰੀ, ਠੀਕ ਹੈ ਨਾ ਜੀ। ਉਹਦੇ ਮੁਤਲਕ ਮੈਡੀਸਨ ਮਿਲਦੀਆਂ, ਉਹ ਯੂਜ਼ ਕਰਾਉਣੀਆਂ ਚਾਹੀਦੀਆਂ। ਤੇ ਜਿਸ ਵਕਤ ਗਰਮੀ ਆ ਜਾਂਦੀ ਹੈ ਉਸ ਵਕਤ ਲਕਵੇ ਝੋਲੇ ਦੀ ਜ਼ਿਆਦਾ ਬਿਮਾਰੀ ਹੁੰਦੀ ਹੈ। ਸਹੀ, ਠੀਕ ਹੈ ਨਾ ਜੀ। ਤੇ ਗਰਮੀ 'ਚ ਸੋਕੜੇ ਦੀ ਵੀ ਜ਼ਿਆਦਾ ਬਿਮਾਰੀ ਯਾਨੀ ਕਿ ਹੁੰਦੀ ਹੈ। ਤੇ ਇਹਦੇ ਮੁਤਲਕ ਦਵਾਈਆਂ ਮਿਲਦੀਆਂ ਵਾ, ਠੀਕ ਹੈ ਨਾ ਜੀ। ਯਾਨੀ ਕਿ ਵੀ ਲਕਵੇ ਝੋਲੇ ਦੀ ਜਿਹੜੀ ਵੈਕਸੀਨ ਆ ਕਮ ਸੇ ਕਮ ਉਹ 3 ਮਹੀਨੇ ਅਸਰ ਰੱਖਦੀ ਹੈ। ਸਹੀ, ਠੀਕ ਹੈ ਨਾ ਜੀ। ਉਹ ਸਰਦੀ 'ਚ ਵੀ ਕਰ ਸਕਦੇ ਆ ਔਰ ਗਰਮੀ 'ਚ ਵੀ ਕਰ ਸਕਦੇ ਆ। ਉਹਦਾ ਵੈਕੈਂਟੀ ਲਾਸੋਟਾ ਮਿਲਦੀ ਆ ਦਵਾਈ, ਮੈਡੀਸਨ ਯਾਨੀ ਕਿ ਵੀ ਉਹਦਾ ਇਸਤੇਮਾਲ ਕਰਨ ਦਾ ਤਰੀਕਾ ਵੀ ਦੱਸ ਦਿੰਦੇ ਆ ਦੋਸਤਾਂ ਨੂੰ। ਉਹ ਜੀ 1000 ਪਰਿੰਦੇ ਦੀ ਯਾਨੀ ਕਿ ਵੀ ਵੈਕਸੀਨ ਹੁੰਦੀ ਆ ਲਕਵੇ ਝੋਲੇ ਤੋਂ। ਸਹੀ ਹੈ। ਹੋਰ ਵੀ ਕਈਆਂ ਬਿਮਾਰੀਆਂ ਦਾ ਨਾਲ ਜਿਹੜਾ ਫਾਇਦਾ ਕਰਦੀ ਹੈ ਇਹ ਵੈਕਸੀਨ, ਜਿਹੜੀ ਮੈਂ ਆਪਣੀ ਕਬੂਤਰ ਪਰਵਰੀ ਦੇ ਵਿੱਚ ਇਸਤੇਮਾਲ ਕਰਦਾ ਰਿਹਾ। ਯਾਨੀ ਉਹ 1000 ਕਬੂਤਰ ਨੂੰ ਲੱਗ ਸਕਦੀ ਹੈ। 1000 ਪਰਿੰਦੇ ਦੀ ਵੈਕਸੀਨ ਆ। ਸਹੀ ਹੈ। ਠੀਕ ਹੈ ਨਾ ਜੀ। ਉਹ ਕਈ ਤਾਂ ਲੋਕ ਪਾਣੀ 'ਚ ਇਸਤੇਮਾਲ ਕਰਦੇ ਆ, ਕਈ ਕਤਰੇ ਦੇ ਤੇ ਪਾਣੀ ਦੇ ਬਣਾ ਕੇ। ਇਸ ਤਰੀਕੇ ਨਹੀਂ ਹੋਣੀ ਚਾਹੀਦੀ। ਅਸਲ ਤਰੀਕਾਕਾਰ ਜਿਹੜਾ ਮੈਂ ਆਪਣੀ ਕਬੂਤਰਬਾਜ਼ੀ ਇਸਤੇਮਾਲ ਕੀਤਾ ਮੈਂ ਤਾਂ ਉਹ ਦੱਸੂਗਾ। 2 ਕਿਲੋ ਦੁੱਧ ਜਿਹੜਾ ਹੈਗਾ ਨਾ ਜੀ, ਉਹਦੇ ਵਿੱਚ ਉਹ ਦਵਾਈ ਹੱਲ ਕੀਤੀ ਜਾਵੇ। ਰਾਤ ਦੇ ਟਾਈਮ ਸੂਰਜ ਦੀ ਰੋਸ਼ਨੀ ਨਾ ਪਵੇ ਦਵਾਈ ਤੇ, ਠੀਕ ਹੈ ਨਾ ਜੀ। ਉਹ ਆਪਣੇ ਸਾਰੇ ਪਰਿੰਦਿਆਂ ਨੂੰ ਤੁਸੀਂ 2-2 ਸੀਸੀ ਦੁੱਧ ਜਿਹੜਾ ਨਾ ਰਾਤ ਟਾਈਮ, ਜਿਸ ਤੋਂ ਬਾਅਦ ਆਪਾਂ ਖਾਣਾ ਦਾਣਾ ਨਹੀਂ ਪਾਉਣਾ, ਉਹਨਾਂ ਨੂੰ ਇਸਤੇਮਾਲ ਕਰਨਾ, ਰਾਤ ਨੂੰ ਇਸਤੇਮਾਲ ਕਰੋ ਤੇ ਇਨਸ਼ਾਅੱਲਾ 100 ਦਾ 200% ਰਿਜ਼ਲਟ ਆਏਗਾ ਬਿਮਾਰੀਆਂ ਤੋਂ ਬਚਦਾ। ਇਹ ਇੰਜੈਕਸ਼ਨ ਦੇ ਜ਼ਰੀਏ ਦੇਣਾ ਜਾਂ ਨਹੀਂ ਜੀ ਨਹੀਂ, ਦੁੱਧ ਦੇ ਵਿੱਚ ਹੱਲ ਕਰਕੇ ਤੇ ਸਿਰਿੰਜ ਦੇ ਨਾਲ ਯਾਨੀ ਕਿ 2-2 ਸੀਸੀ ਪਿਲਾਇਆ ਜਾਂਦਾ ਹੈ। ਹਾਂਜੀ, ਛੋਟੇ ਬੱਚੇ ਵੀ ਜਿਹੜੇ ਹੋਣ ਉਸ ਵਕਤ ਕਬੂਤਰਾਂ ਦੇ 1-1 ਸੀਸੀ ਉਹਨਾਂ ਨੂੰ ਵੀ ਪਿਲਾਇਆ ਜਾ ਸਕਦਾ। ਸਹੀ ਹੈ। ਹਾਂਜੀ, ਬਹੁਤ ਯਾਨੀ ਕਿ ਬੈਸਟ ਵੈਕਸੀਨ ਹੈ ਕਬੂਤਰਬਾਜ਼ਾਂ ਵਾਸਤੇ। ਅੱਛਾ, ਤੁਹਾਡੇ ਕੋਲ ਹੁਣ ਤੱਕ ਸਭ ਤੋਂ ਅਜੀਬ ਕੋਈ ਕੇਸ ਆਇਆ ਹੋਵੇ ਉਹਦੇ ਬਾਰੇ ਚ ਦੱਸੋ ਸਾਨੂੰ। ਦੇਖੋ ਜੀ, ਇਹ ਅਕਸਰ ਬਣ ਜਾਂਦਾ ਬਸ ਅਜੀਬ ਕੇਸ ਜਿਹੜਾ ਸਖਤ ਤੋਂ ਸਖਤ ਕਬੂਤਰਬਾਜ਼ ਵਾਸਤੇ ਹੁੰਦਾ। ਠੀਕ ਹੈ ਨਾ। ਜਿਸ ਵਕਤ ਕਬੂਤਰ ਬਾਜ਼ੀ ਉਡਾਇਆ ਜਾਂਦਾ ਨਾ ਜੀ ਸਖਤ ਗਰਮੀ ਦੇ ਵਿੱਚ, ਉਹ ਕਬੂਤਰ ਜਿੱਤ ਜਾਂਦਾ ਜਾਂ ਹਾਰ ਜਾਂਦਾ, ਉਹ ਕਮਜ਼ੋਰ ਬਹੁਤ ਹੋ ਜਾਂਦਾ ਗਰਮੀ ਦੇ ਵਿੱਚ। ਉਹਨੂੰ ਬਚਾਉਣ ਵਾਸਤੇ, ਉਹਦੀ ਸੰਭਾਲ ਵਾਸਤੇ ਤਰੀਕਾਕਾਰ ਜਿਹੜਾ ਜ਼ਿਆਦਾ ਇਸਤੇਮਾਲ ਕੀਤਾ ਨਾ ਜਾਂਦਾ ਨਾ ਜੀ, ਉਹ ਯਾਨੀ ਕਿ ਵੀ ਜ਼ਿਆਦਾ ਹੁੰਦਾ ਬੰਦੇ ਨੂੰ ਔਖਾ ਵੀ ਕਬੂਤਰ ਠੀਕ ਹੋ ਜਾਵੇ ਮੇਰਾ ਦੁਬਾਰਾ। ਉਹ ਇਸ ਤਰੀਕੇ ਹੁੰਦੇ ਵੀ ਨਵੇਂ ਹਜ਼ਰਾਤ ਵਾਸਤੇ, ਜਿਨ੍ਹਾਂ ਵਾਸਤੇ ਵੀ ਯਾਨੀ ਕਿ ਜਿੰਨੇ ਵੀ ਸ਼ਿਕਾਰੀ ਹਜ਼ਰਾਤ ਆ ਉਹਨਾਂ ਵਾਸਤੇ ਫਾਇਦਾ ਵਾ। ਦੇਖੋ ਜਿਹੜਾ ਮੈਂ ਆਪਣੇ ਕਬੂਤਰਬਾਜ਼ੀ ਦੇ ਵਿੱਚ ਅੱਜ ਤੱਕ ਕਬੂਤਰ ਬਚਾਏ ਆ, ਜਾਨ ਬਚਾਈ, ਮਰਨ ਦੀ ਹੱਦ ਤੱਕ ਜਿਹੜੇ ਕਬੂਤਰ ਜਾਂਦੇ ਉੱਡ ਕੇ, ਠੀਕ ਹੈ ਨਾ ਜੀ, ਉਹਦਾ ਮੈਂ ਯਾਨੀ ਕਿ ਵੀ ਤਰੀਕਾਕਾਰ ਦੱਸੂ ਜਿਹੜਾ ਮੈਂ ਆਪ ਇਸਤੇਮਾਲ ਕੀਤਾ। ਠੀਕ ਹੈ ਨਾ ਜੀ। ਉਹਦਾ 100% ਰਿਜ਼ਲਟ ਔਰ ਕਬੂਤਰ ਬਚ ਵੀ ਜਾਂਦਾ ਉਹਦੇ ਨਾਲ। ਠੀਕ ਹੈ ਨਾ ਜੀ। ਜਿੰਨਾ ਵੀ ਕਮਜ਼ੋਰ ਹੋਇਆ ਹੋਇਆ ਹੀਟ ਹੋਇਆ, ਉਹਦਾ ਤਰੀਕਾਕਾਰ ਹੈ ਜੀ, ਤੁਹਾਡਾ ਕਬੂਤਰ ਤੁਸੀਂ ਆਇਆ ਜਾਂ ਕੋਈ ਸ਼ਾਗਿਰਦ ਦੇ ਗਿਆ ਵੀ ਉਸਤਾਦ ਜੀ ਮੇਰਾ ਕਬੂਤਰ ਯਾਨੀ ਕਿ ਇਸ ਕੰਡੀਸ਼ਨ ਤੇ ਪਹੁੰਚ ਗਿਆ ਵੀ ਉਹ ਤੁਰਨ ਨਹੀਂ ਰਿਹਾ ਪੈਰਾਂ ਤੇ, ਜਾਂ ਪਰ ਨਹੀਂ ਚੱਕਦਾ ਪਿਆ, ਯਾਨੀ ਕਿ ਵੀ ਜਾਂ ਪਾਣੀ ਨਹੀਂ ਤੁਰਨ ਰਿਹਾ। ਪਹਿਲੀ ਗਲਤੀ ਲੋਕ ਇਹ ਕਰਦੇ ਆ ਵੀ ਕਬੂਤਰ ਜਦੋਂ ਆਉਂਦਾ ਕੋਸ਼ਿਸ਼ ਇਹ ਕਰਦੇ ਵੀ ਇਹਨੂੰ ਥੋੜਾ ਪਾਣੀ ਦਿੱਤਾ ਜਾਵੇ ਤੇ ਤੋਰ ਲਵੇ, ਲੇਕਿਨ ਉਹ ਤੋਰਦਾ ਨਹੀਂ ਕਿਉਂਕਿ ਕਬੂਤਰ ਅੰਦਰੋਂ ਹੀਟ ਅਪ ਹੋਇਆ ਹੁੰਦਾ ਗਰਮੀ ਦੇ ਨਾਲ। ਉਹ ਪਾਣੀ ਰੋਕ ਕੇ ਬੈਠ ਜਾਂਦਾ, ਪਾਣੀ ਨਹੀਂ ਤੋਰਦਾ। ਜਦ ਤੱਕ ਕਬੂਤਰ ਪਾਣੀ ਨਹੀਂ ਤੋਰੂਗਾ ਉਹ ਬਹਾਲ ਨਹੀਂ ਹੋਊਗਾ, ਉਹਦੀ ਸਿਹਤ ਜਿਹੜੀ ਹੈ ਨਾ ਠੀਕ ਨਹੀਂ ਹੋਏਗੀ। ਉਹਦੇ ਵਜੂਦ ਚੋਂ ਪਹਿਲੇ ਮਕਸਦ ਆ ਹੀਟ ਕੱਢਣ ਦਾ ਆਪਣਾ। ਠੀਕ ਹੈ ਨਾ ਜੀ। ਉਹਦੇ ਵਾਸਤੇ ਲੋਕ ਸਾਦਾ ਪਾਣੀ ਦੇ ਕੇ ਵੀ ਕਬੂਤਰ ਨੂੰ ਯਾਨੀ ਕਿ ਰਜਾ ਕੇ ਪਿਲਾ ਕੇ ਪਲਟਾ ਸਕਦੇ ਆ। 2 ਵਾਰੀ ਪਲਟਾਓ, 3 ਵਾਰੀ ਪਲਟਾਓ, ਉਹਦੀ ਹੀਟ ਨਿਕਲਦੀ ਆ। ਅਗਰ ਜ਼ਿਆਦਾ ਹੀ ਖਰਾਬੀ ਵਾਲੇ ਪਾਸੇ ਕਬੂਤਰ ਚਲਾ ਗਿਆ, ਠੀਕ ਹੈ ਨਾ, ਉਹਦੇ ਵਾਸਤੇ ਇਹ ਆ ਵੀ ਇੱਕ ਪਿਆਲੀ ਤੁਸੀਂ ਲੈ ਲਓ ਚਾਹ ਦੀ, ਉਹਨੂੰ ਪਾਣੀ ਦੀ ਭਰ ਲਓ। ਠੀਕ ਹੈ ਨਾ। ਉਹਦੇ ਵਿੱਚ 3 ਤੋਂ 4 ਧਾਰਾਂ ਬੱਕਰੀ ਦੇ ਦੁੱਧ ਦੀਆਂ ਮਾਰੋ। 3 ਤੋਂ 4 ਧਾਰਾਂ ਪਿਆਲੀ ਭਰੀ ਪਾਣੀ ਦੀ ਬੱਕਰੀ ਦੇ ਦੁੱਧ ਦੀਆਂ ਮਾਰ ਕੇ ਉਹ ਬਣ ਜਾਣੀ ਕੱਚੀ ਲੱਸੀ। ਉਹਨੂੰ ਕੌਲੀ ਦੇ ਵਿੱਚ ਪਾ ਕੇ ਕਬੂਤਰ ਦੇ ਅੱਗੇ ਰੱਖ, ਕਿਉਂਕਿ ਜਿਸ ਵਕਤ ਕਬੂਤਰ ਕਮਜ਼ੋਰ ਹੋਇਆ ਪਾਣੀ ਨੂੰ ਪੈਂਦਾ, ਹੀਟ ਅਪ ਹੋਇਆ ਹੁੰਦਾ, ਉਹਦਾ ਖੂਨ ਖੁਸ਼ਕ ਹੋਇਆ ਹੁੰਦਾ, ਸੜਿਆ ਹੁੰਦਾ, ਤੇ ਉਹ ਪਿਆਸ ਲੱਗਦੀ। ਲੋਕ ਕਹਿੰਦੇ ਨੇ ਥੋੜਾ ਜਿਹਾ ਪਾਣੀ ਦਿਓ, ਇਹ ਨਹੀਂ ਕਰਨਾ ਚਾਹੀਦਾ। ਉਹ ਕੌਲੀ ਤੁਸੀਂ ਲੱਸੀ ਦੇ ਉਹਦੇ ਅੱਗੇ ਰੱਖ ਦਿਓ, ਉਹਨੂੰ ਕਹੇ ਪੀ ਲੈ ਜਿੰਨਾ ਪੀ ਸਕਦਾ, ਜਿੰਨੀ ਉਹਦੀ ਕਪੈਸਿਟੀ ਆ ਪੀਵੇ ਰੱਜ ਕੇ। ਲੋਕ ਇਸ ਗੱਲੋਂ ਵੀ ਡਰਦੇ ਆ ਵੀ ਕਬੂਤਰ ਰੱਜ ਕੇ ਪਾਣੀ ਪਿਲਾਇਆ ਮਰ ਜਾਂਦਾ, ਇਹ ਗਲਤ ਗੱਲ। ਉਹਨੂੰ ਰੱਜ ਕੇ ਪਾਣੀ ਪਿਲਾਓ, ਠੀਕ ਹੈ। ਉਹ ਲੱਸੀ ਤੁਸੀਂ ਉਹਦੇ ਅੱਗੇ ਰੱਖੀ, ਰੱਜ ਕੇ ਪੀ ਲਵੇ। ਘੜੀ ਦੇ ਟਾਈਮ ਨਾਲ 5 ਮਿੰਟ ਲੱਸੀ ਉਹਦੇ ਪੋਟ 'ਚ ਰਵੇ, ਫਿਰ ਉਸ ਕਬੂਤਰ ਨੂੰ ਤੁਸੀਂ ਕਲਟੀ ਕਰ ਲਓ ਤੇ ਇਨਸ਼ਾਅੱਲਾ ਪਹਿਲੀ ਦਫਾ ਹੀ ਉਹ ਪਿਲਾਉਣ ਦੇ ਨਾਲ ਕਬੂਤਰ ਪੈਰਾਂ ਤੇ ਵੀ ਖੜੋ, ਜੋ ਆਪਣੇ ਪਰ ਵੀ ਚੱਕ ਲਏਗਾ। ਠੀਕ ਹੈ ਨਾ ਜੀ। ਫਿਰ ਉਸ ਤੋਂ ਬਾਅਦ 5 ਮਿੰਟਾਂ ਤੋਂ ਬਾਅਦ ਫਿਰ ਉਹਨੂੰ ਪੀਣ ਦਿਓ, ਯਾਨੀ ਕਿ 2 ਤੋਂ 3 ਦਫਾ ਪੀਵੇਗਾ, ਉਹਦੀ ਪਿਆਸ ਵੀ ਖਤਮ ਹੋ ਜਾਏਗੀ, ਉਹਦੇ ਵਜੂਦ ਦੀ ਹੀਟ ਵੀ ਨਿਕਲ ਜਾਏਗੀ। ਉਸ ਤੋਂ ਬਾਅਦ ਫਿਰ ਤੁਸੀਂ ਸਾਦਾ ਪਾਣੀ ਦਿਓ, 5 ਸੀਸੀ ਦਿਓ, 2 ਸੀਸੀ ਦਿਓ, ਇਨਸ਼ਾਅੱਲਾ ਤੋਰੇਗਾ ਤੇ ਕਬੂਤਰ ਬਹਾਲ ਹੋ ਜਾਏਗਾ, ਚੱਲ ਪਏਗਾ ਤੇਰਾ। ਸਹੀ ਹੈ, ਬੜਾ ਮੌਸਰ ਨੁਸਖਾ। ਹਾਂਜੀ, ਬਹੁਤ ਮੇਰਾ ਆਜ਼ਮੂਦਾ ਜਿਹੜਾ ਮੇਰੇ ਉਸਤਾਦ ਨੇ ਮੈਨੂੰ ਸਿਖਾਇਆ ਹੋਇਆ ਔਰ ਅੱਜ ਤੱਕ ਇਹ ਤੇ ਕਾਮਯਾਬ ਹੋਇਆ। ਇਹ ਮੈਂ ਬਹੁਤ ਹੀ ਆਪਣੀ ਕਬੂਤਰਬਾਜ਼ੀ ਦਾ ਜਿਹੜਾ ਯਾਨੀ ਕਿ ਬੈਸਟ ਨੁਸਖਾ, ਬੈਸਟ ਤਰੀਕਾਕਾਰ, ਔਰ ਇਨਸ਼ਾਅੱਲਾ ਭਰਾਵਾਂ ਦਾ ਫਾਇਦਾ ਹੋਏਗਾ। ਜਿਹਦਾ ਕਬੂਤਰ ਮਰਨ ਵਾਲੇ ਪਾਸੇ ਜਾਂਦਾ ਉਹ ਇਹ ਨੁਸਖਾ ਇਸਤੇਮਾਲ ਕਰੇ, ਸਵਾ ਹੋਰ ਕਿਸੇ ਦਵਾਈਆਂ ਤੋਂ। ਕੋਈ ਵੀ ਦਵਾਈ ਦਿੱਤਿਆਂ ਮੈਂ ਨਹੀਂ ਇਸ ਚੀਜ਼ ਨੂੰ ਮੰਨਦਾ। ਤੁਸੀਂ ਇਸ ਤਰੀਕੇ ਕੱਚੀ ਲੱਸੀ ਨਾਲ ਕਬੂਤਰ ਦੀ ਹੀਟ ਕੱਢ ਲਓ, ਕਬੂਤਰ ਆਟੋਮੈਟਿਕ ਚੱਲ ਪਏਗਾ।
ਇਹ 2-3 ਦਫਾ ਪਲਟਾਉਣ ਦੇ ਵਿੱਚ ਹੀ ਪਹਿਲੀ ਦਫਾ ਹੀ ਉਸੇ ਟਾਈਮ 5 ਮਿੰਟਾਂ ਦੇ ਵਿੱਚ ਕਬੂਤਰ ਖੜਾ ਹੋ ਜਾਏਗਾ। ਹਵਾ ਨੂੰ ਜਿੱਡੀ ਵੀ ਜ਼ਹਿਰੀਲੀ ਮੈਡੀਸਨ ਲਾਈ ਜਾਏ ਤੁਸੀਂ। ਦੇਖੋ ਜੋ ਜ਼ਿਆਦਾਤਰ ਮੈਡੀਸਨ ਲੱਗਦੀ ਤਾਂ ਉਦੋਂ ਕਬੂਤਰ ਮਰਨ ਵਾਲੇ ਪਾਸੇ ਵੀ ਜਾਂਦਾ, ਜਦੋਂ ਡੋਜ਼ ਨਹੀਂ ਕਿਸ ਕੋਲ ਠੀਕ ਲੱਗਦੀ। ਬਸ ਕਰ ਜਿਹੜੇ ਨਵੇਂ ਕਬੂਤਰ ਹਾਂ ਕਬੂਤਰਬਾਜ਼, ਲੇਕਿਨ ਇਹ ਆ ਵੀ ਹਾਂਜੀ, ਲੇਕਿਨ ਆਪਾਂ ਦੱਸਦੇ ਆ ਇਹ ਦੇਖੋ ਜੀ ਪਰਿੰਦੇ ਦੀ ਜਾਨ ਬਚ ਜਾਣੀ ਚਾਹੀਦੀ ਹੈ, ਇਹਦੇ ਵਾਸਤੇ ਬੈਸਟ ਆ ਜੀ। ਬੜਾ ਜ਼ਬਰਦਸਤ ਨੁਸਖਾ। ਜਿਹੜੇ ਨਵੇਂ ਕਬੂਤਰਬਾਜ਼ ਹੁੰਦੇ ਬਾਜ਼ਕਾਤ ਉਹਨਾਂ ਨੂੰ ਪਤਾ ਨਹੀਂ ਹੁੰਦਾ, ਓਵਰਡੋਜ਼ ਦੇ ਦਿੰਦੇ ਕਬੂਤਰਾਂ ਨੂੰ, ਜਿਹਦੀ ਵਜ੍ਹਾ ਤੋਂ ਕਬੂਤਰ ਦੀ ਜਾਨ ਖਤਰੇ ਦੇ ਵਿੱਚ ਚਲ ਜਾਂਦੀ ਆ। ਆ ਜਿਹੜਾ ਨੁਸਖਾ ਸਾਡੇ ਉਸਤਾਦ ਸਾਹਿਬ ਨੇ ਦੱਸਿਆ ਸਾਨੂੰ, ਇਹ ਬੜਾ ਮੌਸਰ ਨੁਸਖਾ ਵਾ। ਮਤਲਬ ਇਸ ਨੁਸਖੇ ਦੇ ਨਾਲ ਕਬੂਤਰ ਦੁਬਾਰਾ ਬਹਾਲ ਹੋ ਸਕਦਾ, ਉਹਦੀ ਸਿਹਤ ਦੁਬਾਰਾ ਬਹਾਲ ਹੋ ਸਕਦੀ। ਸਗੀਰ ਸਾਹਿਬ, ਹੁਣ ਜਿਹੜੇ ਨਵੇਂ ਕਬੂਤਰਬਾਜ਼ ਆ ਉਹਨਾਂ ਵਾਸਤੇ ਤੁਹਾਡਾ ਕੀ ਪੈਗਾਮ ਆ, ਕੀ ਉਹ ਹਿਕਮਤ ਅਮਲੀ ਅਪਣਾਉਣ ਜਿਹਦੀ ਵਜ੍ਹਾ ਤੋਂ ਕਬੂਤਰ ਬਿਲਕੁਲ ਉਹਨਾਂ ਦਾ ਸਹੀ ਉੱਡੇ, ਸਹੀ ਉਡਾਨ ਕਰੇ, ਮਤਲਬ ਉਹ ਕਾਮਯਾਬ ਰਵੇ, ਉਹਨਾਂ ਵਾਸਤੇ ਕੀ ਪੈਗਾਮ ਦੋਗੇ? ਦੇਖੋ ਜੀ, ਪਹਿਲੀ ਗੱਲ ਤੇ ਇਹ ਵੀ ਸ਼ਾਗਿਰਦਾਂ ਦੀ ਆਪਾਂ ਗੱਲ ਕਰ ਲੈਂਦੇ ਆ ਵੀ ਕਬੂਤਰ ਜਦੋਂ ਬਾਜ਼ੀ ਛੱਡਣਾ ਆਪਣੇ ਉਸਤਾਦ ਨੂੰ ਦੇਣ ਜਾਂਦੇ ਆ ਕਬੂਤਰ ਤਿਆਰ ਕਰਨ ਵਾਸਤੇ, ਨਵੇਂ ਹਜ਼ਰਾਤ ਵਾਸਤੇ। ਲੇਕਿਨ ਮੈਂ ਤੇ ਇਹ ਵੀ ਕਹੂੰਗਾ ਵੀ ਜਿਹੜੇ ਉਸਤਾਦ ਦਾ ਕੋਈ ਸ਼ਾਗਿਰਦ ਹੋ ਗਿਆ ਨਾ, ਉਹਨੂੰ ਤਕਰੀਬਨ ਉਹਨੂੰ ਤਿਆਰੀ ਜਿਹੜੀ ਆ ਨਾ ਸਿਖਾਈ ਦੋ ਤੇ ਬਿਹਤਰ ਆ। ਠੀਕ ਹੈ ਨਾ, ਕੁਛ ਉਹਲਾ ਰੱਖਦੇ ਆ ਆਪਦੀ ਗੋਲੀ ਪਾਣੀ ਦਾ, ਤੇ ਉਹ ਗੋਲੀਆਂ ਬਣਾ ਕੇ ਵੀ ਦੇ ਦਿੰਦੇ ਆ, ਚਲੋ ਗੋਲੀ ਦੇ ਦਿੱਤੀ, ਚਲੋ ਕਾੜਾ ਕੂੜਾ ਤਾਂ ਦੱਸਣਾ, ਕਬੂਤਰ ਤਿਆਰੀ ਦੂਰੋਂ ਨਾ ਸ਼ਾਗਿਰਦ ਨੂੰ ਆਉਣਾ ਪਵੇ। ਠੀਕ ਹੈ ਨਾ ਜੀ। ਤੇ ਪਹਿਲੇ ਨੰਬਰ ਤੇ ਜਦੋਂ ਸ਼ਾਗਿਰਦ ਕਬੂਤਰ ਲੈ ਕੇ ਜਾਂਦਾ ਨਾ ਆਪਣੇ ਉਸਤਾਦ ਕੋਲ, ਉਹਦੇ ਵਿੱਚ ਇਹ ਹੁੰਦਾ ਕਿ ਕਬੂਤਰ ਰਾਤ ਨੂੰ ਉਸਤਾਦਾਂ ਕੋਲ ਪਾਣੀ ਰੋਕ ਜਾਂਦੇ, ਉਹ ਸ਼ਾਗਿਰਦ ਹਜ਼ਰਾਤ ਜਦੋਂ ਕਬੂਤਰ ਦੇਣ ਜਾਂਦੇ ਆਪਣੇ ਉਸਤਾਦ ਕੋਲ, ਸਭ ਤੋਂ ਵੱਡੀ ਗਲਤੀ ਉਹ ਇਹ ਕਰਦੇ ਕਿ ਕਬੂਤਰ ਨੂੰ ਬਦਾਮ ਦੇ ਦਿੰਦੇ ਜ਼ਿਆਦਾ ਉਸ ਦਿਨ, ਆਖਰੀ ਦਿਨ ਵੀ ਇਹਨੇ ਸਵੇਰੇ ਬਾਜ਼ੀ ਉੱਡਣਾ। ਲੇਕਿਨ ਸਭ ਤੋਂ ਵੱਡੀ ਗਲਤੀ ਇਹ ਕਰਦੇ, ਕਬੂਤਰ ਨੂੰ 12-15 ਇੰਨੇ ਕੁ ਬਦਾਮ ਦੇਣੇ ਚਾਹੀਦੇ ਆ। ਠੀਕ ਹੈ ਨਾ, ਖੁਰਾਕ ਮਾਕੂਲ ਜੀ ਹੋਣੀ ਚਾਹੀਦੀ ਕਬੂਤਰ ਦੇ ਹਿਸਾਬ ਨਾਲ। ਜਿਹੜੇ ਕਬੂਤਰਾਂ ਨੂੰ ਜ਼ਿਆਦਾ ਖੁਰਾਕ ਦਿੱਤੀ ਜਾਂਦੀ ਹੈ ਨਾ, ਉਹ ਰਾਤ ਨੂੰ ਉਸਤਾਦਾਂ ਨੂੰ ਵੀ ਪਰੇਸ਼ਾਨ ਕਰਦੀ, ਉਹ ਕਬੂਤਰ ਕਾੜਾ ਨਹੀਂ ਤੋਰਦੇ, ਸਹੀ ਗਰਮ ਕਰਦੇ ਜਦੋਂ ਕਬੂਤਰ ਨੂੰ, ਉਹ ਕਾੜਾ ਨਹੀਂ ਤੋਰਦੇ, ਤੇ ਕਬੂਤਰ ਫਿਰ ਸਵੇਰੇ ਹਾਰ ਵਾਲੇ ਪਾਸੇ ਹੀ ਜਾਂਦਾ। ਠੀਕ ਹੈ ਨਾ ਜੀ। ਫਿਰ ਜਿਹੜੇ ਕਬੂਤਰ ਯਾਨੀ ਕਿ ਵੀ ਗਰਮ ਕਰਨ ਤੋਂ ਬਾਅਦ ਪੱਟਦੇ ਆ ਤੇ ਪੋਰਟ ਦੇ ਵਿੱਚ ਕਾੜਾ ਲੈ ਕੇ ਬੈਠੇ ਹੁੰਦੇ ਆ 2 ਘੰਟਿਆਂ ਬਾਅਦ ਜਾਂ 3 ਘੰਟਿਆਂ ਬਾਅਦ, ਉਹਦੀ ਵੀ ਗਲਤੀ ਸ਼ਾਗਿਰਦ ਹੀ ਕਰਕੇ ਆਉਂਦਾ, ਉਸਤਾਦ ਦੀ ਨਹੀਂ ਹੁੰਦੀ ਉਹਦੇ 'ਚ। ਸਹੀ। ਠੀਕ ਹੈ ਨਾ ਜੀ। ਉਹ ਕਈ ਉਸਤਾਦ ਸੀਨੀਅਰ ਦੱਸਦੇ ਆਪਣੇ ਸ਼ਾਗਿਰਦਾਂ ਨੂੰ, ਕਈ ਨਹੀਂ ਪਤਾ ਹੁੰਦਾ, ਕਈ ਨਹੀਂ ਵੀ ਦੱਸਦੇ। ਪਹਿਲੇ ਨੰਬਰ ਤੇ ਜਦੋਂ ਦੁਪਹਿਰ ਨੂੰ ਕਬੂਤਰ ਨੂੰ ਬਦਾਮ ਦਿੱਤੇ ਨੇ ਜੀ, 15 ਕੁ ਬਦਾਮ ਦਿਓ, 16 ਦਿਓ, ਉਦੋਂ ਪਾਣੀ ਕਬੂਤਰ ਨੂੰ ਪਿਲਾਓ। ਠੀਕ ਹੈ ਨਾ। ਉਸ ਤੋਂ ਬਾਅਦ ਉਹਦੇ ਅੱਗੇ ਉਹਨੂੰ ਪਾਣੀ 1-2 ਦਫਾ ਉਹਨੂੰ ਦਿਖਾ ਲਓ, ਤਕਰੀਬਨ 2 ਵਜੇ ਤੱਕ, 2-2:30 ਵਜੇ ਤੱਕ ਉਹਨੂੰ ਪਾਣੀ ਦਿਖਾ ਲਓ। ਉਸ ਤੋਂ ਬਾਅਦ ਕਬੂਤਰ ਨੂੰ ਪਾਣੀ ਨਹੀਂ ਦੇਣਾ। ਦੇਖੋ ਜੀ, ਕਾੜਾ ਮੁਖਤਸਰ ਚੀਜ਼ਾਂ ਦਾ ਹੁੰਦਾ ਵਾ, ਦੇਸੀਆਂ ਦਾ ਤੇ ਔਖਾ ਹੁੰਦਾ ਕਬੂਤਰ ਵਾਸਤੇ ਥੋੜਾ ਜਿਹਾ। ਉਹ ਜਦੋਂ ਪਹਿਲੇ ਸ਼ਾਗਿਰਦ ਲੈ ਕੇ ਜਾਂਦੇ ਆ, ਪਾਣੀ ਦੇ ਕੇ ਕਬੂਤਰ ਨੂੰ ਉਸਤਾਦ ਕੋਲ ਲੈ ਜਾਂਦੇ, ਚੱਲੇ ਆ ਜੀ ਉਸਤਾਦ ਕੋਲ ਪਾਣੀ ਦੇ ਲਓ 10 ਸੀ। ਠੀਕ ਹੈ ਨਾ, ਉਹ ਵੀ ਨੁਕਸਾਨ ਦਿੰਦਾ। ਕਬੂਤਰ ਖੁਸ਼ਕ ਹੋਵੇ 1-2 ਵਜੇ ਤੋਂ 2-3 ਵਜੇ ਤਕਰੀਬਨ ਖੁਸ਼ਕ ਹੋਵੇ ਕਬੂਤਰ, ਪਾਣੀ ਲਓ, ਸਵੇਰ ਉਸਤਾਦ ਨੂੰ ਦੇ ਗਿਆ, ਉਸਤਾਦ ਹਜ਼ਰਾਤ ਨੂੰ ਕਾੜਾ ਦਿੰਦੇ ਆ। ਜਿਸ ਵਕਤ ਕਬੂਤਰ ਕਾੜਾ ਵੀ ਤੁਰੇਗਾ, ਪਾਣੀ ਵੀ ਨਹੀਂ ਰੋਕ ਕੇ ਪਵੇਗਾ, ਔਰ ਗਲਛੇਗਾ ਵੀ ਨਹੀਂ। ਠੀਕ ਹੈ ਨਾ ਜੀ। ਫਿਰ ਉਹ ਕਬੂਤਰ ਉਸਤਾਦ ਉਹਨੂੰ ਸਹੀ ਤਰੀਕੇ ਕਰਨਾ, ਉਸਤਾਦ ਦੇ ਕੋਲੋਂ ਤਿਆਰ ਹੁੰਦਾ ਹੈ, ਫਿਰ ਉਹ ਸਵੇਰੇ ਮੁਕਾਬਲਾ ਪੂਰਾ ਕਰਦਾ ਹੈ। ਇਹ ਨਵੇਂ ਸ਼ਾਗਿਰਦਾਂ ਵਾਸਤੇ ਆ ਵੀ ਆਪਣਾ ਕਬੂਤਰ 2-2:30 ਵਜੇ ਤੋਂ ਬਾਅਦ ਪਾਣੀ ਨਹੀਂ ਦੇਣਾ ਕਬੂਤਰ ਨੂੰ, ਤੇ ਬਦਾਮ ਉਦਣ ਜੇ ਤੁਹਾਡਾ ਕਬੂਤਰ 20-25 ਖਾਂਦਾ ਤੇ 15-16 ਦਿਓ। ਠੀਕ ਹੈ ਨਾ। ਅੱਗੇ ਕੰਮ ਹੁੰਦਾ ਉਸਤਾਦ ਦਾ। ਗਲਤੀਆਂ ਸ਼ਾਗਿਰਦ ਕਰਕੇ ਚਲ ਜਾਂਦੇ ਆ, ਤੇ ਉਸਤਾਦ ਜ਼ੋਰ ਦਾ ਆਪਣਾ ਲਾਉਂਦਾ, ਲੇਕਿਨ ਉਸਤਾਦ ਸਵੇਰੇ ਦੱਸਦਾ ਨਹੀਂ ਵੀ ਤੇਰੇ ਕਬੂਤਰ ਨੇ ਕੀ ਕੀਤਾ ਹੈ, ਉਹਨੇ ਕਹਿਣਾ ਬਸ ਉਡਾ ਦੇ, ਲੇਕਿਨ ਉਹ ਕਬੂਤਰ ਹਾਰ ਵਾਲੇ ਪਾਸੇ ਜਾਂਦਾ ਹੈ। ਤੇ ਇਸ ਤਰੀਕੇ ਆਪਦਾ ਸ਼ਾਗਿਰਦ ਹਜ਼ਰਾਤ ਕਬੂਤਰ ਲੈ ਕੇ ਜਾਣ ਤੇ ਉਸਤਾਦਾਂ ਨੂੰ ਦੇਣ ਤੋਂ ਇਨਸ਼ਾਅੱਲਾ ਕਾਮਯਾਬ ਹੋਣਗੇ। ਉਸਤਾਦ ਸਗੀਰ ਸਾਹਿਬ ਦੀਆਂ ਗੱਲਾਂ ਕਿੱਦਾਂ ਦੀਆਂ ਲੱਗੀਆਂ ਕਮੈਂਟ ਬਾਕਸ 'ਚ ਲਾਜ਼ਮੀ ਦੱਸਣਾ। ਜਿਸ ਕਿਸੇ ਮੇਰੇ ਭਰਾ ਕਬੂਤਰਬਾਜ਼ ਨੂੰ, ਕਿਸੇ ਸ਼ਿਕਾਰੀ ਨੂੰ ਕਿਸੇ ਮਸਲੇ ਦੀ ਜ਼ਰੂਰਤ ਆ, ਤੇ ਉਸਤਾਦ ਸਗੀਰ ਸਾਹਿਬ ਦਾ ਨੰਬਰ ਆ ਸਕਰੀਨ ਤੇ ਚੱਲ ਰਿਹਾ, ਤੁਸੀਂ ਫੋਨ ਕਰਕੇ ਇਹਨਾਂ ਦੇ ਨਾਲ ਰਾਬਤਾ ਕਰ ਸਕਦੇ ਆ। ਇਹਨਾਂ ਕੋਲ ਸਲਾਹ ਮਸ਼ਵਰਾ ਤੇ ਮੈਡੀਸਨ ਵਗੈਰਾ ਤੁਸੀਂ ਲੈ ਸਕਦੇ ਆ, ਆਪਣੇ ਕਬੂਤਰ ਦਾ ਇਲਾਜ ਵੀ ਇਹਨਾਂ ਦੇ ਕੋਲੋਂ ਕਰਵਾ ਸਕਦੇ ਆ, ਪੁੱਛ ਸਕਦੇ ਆ, ਹਰ ਚੀਜ਼ ਤੁਸੀਂ ਇਹਨਾਂ ਕੋਲ ਕਬੂਤਰ ਦੇ ਮੁਤਲਕ ਪੁੱਛ ਸਕਦੇ ਆ। ਤੁਹਾਨੂੰ ਬੜੇ ਬਿਹਤਰੀਨ ਮਸ਼ਵਰੇ ਦੇਣਗੇ, ਜਿਹਦੇ ਨਾਲ ਤੁਹਾਡਾ ਕਬੂਤਰ ਜਲਦ ਤੋਂ ਜਲਦ ਠੀਕ ਹੋ ਜਾਏਗਾ। ਤੇ ਸਾਡੇ ਨਾਲ ਇੱਕ ਹੋਰ ਅਜ਼ੀਮ ਸ਼ਖਸੀਅਤ ਆਹਸਨ ਮੁਮਤਾਜ਼ ਸ਼ਾਇਰ ਮੌਜੂਦ ਆ, ਇਹਨਾਂ ਦਾ ਇੰਟਰਵਿਊ ਅਸੀਂ ਪਹਿਲਾਂ ਕਰ ਚੁੱਕੇ ਆ, ਸਾਡੇ ਚੈਨਲ ਤੇ ਤੁਸੀਂ ਆਹਸਨ ਮੁਮਤਾਜ਼ ਸਾਹਿਬ ਨੂੰ ਦੇਖ ਚੁੱਕੇ ਆ। ਇਹ ਵੀ ਇਸ ਟਾਈਮ ਸਾਡੇ ਨਾਲ ਮੌਜੂਦ ਆ, ਤੇ ਇਹਨਾਂ ਦੇ ਕੋਲੋਂ ਇੱਕ ਸ਼ੇਰ ਆਪਾਂ ਜ਼ਬਰਦਸਤ ਜਿਹਾ ਸੁਣਦੇ ਆ, ਤੇ ਫਿਰ ਵੀਡੀਓ ਦਾ ਕਰਦੇ ਆ ਐਂਡ। तेरे नाज सारे तेरे ही ख्वाब होंगे, तेरे नाज सारे तेरे ही ख्वाब होंगे, मेरी सादगी को देख कर मेरी बेबसी ना समझ। वाह। तेरे नाज सारे तेरे ही ख्वाब होंगे, मेरी सादगी को देखकर मेरी बेबसी ना समझ। वाह, बहुत खूबसूरत। ਲਿਆ ਯਾਰ, ਤੈਨੂੰ ਮੈਂ ਇੱਕ ਸੁਣਿਆ ਸੁਣਾਇਆ ਸ਼ੇਰ ਮੈਂ ਵੀ ਸੁਣਾ ਦਿੰਦਾ। हाँ जी हाँ जी, क्यों नहीं जी, साडे उस्ताद साहब ही शेर सुनाउंदे ख्वाहिशमंद है। लो जी। ਦੇਖੋ ਜੀ, ਆਪਾਂ ਪੰਜਾਬੀ ਸ਼ੇਰ ਸੁਣਾਉਂਦੇ ਹਾਂ। जी जी, पंजाबी बड़े जबरदस्त शायर है। ਹਾਂਜੀ। ਲਾਲ ਤਕੜੀ ਤੇ ਤੁਲਦੇ ਦੇਖੇ, लाल तकड़ी ते तोलदे देखे, ਸਿਆਣੇ ਗੱਲਾਂ ਤੋਂ ਭੁੱਲਦੇ ਦੇਖੇ। वाह जी वाह। ਲਾਲ ਤਕੜੀ ਤੇ ਤੁਲਦੇ ਦੇਖੇ,
ਸਿਆਣੇ ਗੱਲਾਂ ਤੋਂ ਭੁੱਲਦੇ ਦੇਖੇ, ਹੂੰ। ਤੂੰ ਰੁਲ ਗਿਆ ਤੇ ਕਿਹੜੀ ਗੱਲ ਹੈ, ਹਾਂ। ਸ਼ਾਹ ਵੀ ਗਲੀਆਂ 'ਚ ਰੁਲਦੇ ਦੇਖੇ। ਵਾਹ ਜੀ ਵਾਹ। ਬੜਾ ਕਮਾਲ ਦਾ ਸ਼ੇਰ ਹੈ ਜੀ। ਤੇ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਬਾਕਸ 'ਚ ਲਾਜ਼ਮੀ ਦੱਸਣਾ। ਅਗਰ ਤੁਸੀਂ ਹਾਲੇ ਤੱਕ ਸਾਡੇ ਚੈਨਲ ਪੀਕੇ ਲਾਜਵਾਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜਲਦੀ ਸਬਸਕ੍ਰਾਈਬ ਕਰ ਦਿਓ, ਨਾਲ ਬੈਲ ਆਈਕਨ ਦੇ ਬਟਨ ਨੂੰ ਲਾਜ਼ਮੀ ਪ੍ਰੈਸ ਕਰੋ ਤਾਂ ਕਿ ਅਗਲੀ ਵੀਡੀਓ ਜਲਦੀ ਤੁਹਾਡੇ ਤੱਕ ਆ ਸਕੇ। ਇਦਾਂ ਦੀ ਇੱਕ ਹੋਰ ਅਜ਼ੀਮ ਹਸਤੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਲਦੀ ਮੁਲਾਕਾਤ ਹੋਊਗੀ। ਮਿਲਦੇ हैं अगली वीडियो ਦੇ ਵਿੱਚ। तब तक के लिए इजाजत, बाय बाय।